ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਕੈਨੇਡੀਅਨ ਸਾਥ ਦੇ ਨਾਲ। ਮੈਂ ਹਾਂ ਸ਼ੀਤਲ ਠਾਕੁਰ। ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੀ ਹਾਂ। ਆਓ ਇੱਕ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਅਮਰੀਕਾ ਨੇ ਲੋਕਤੰਤਰ ਸੰਮੇਲਨ ਦੇ ਲਈ ਰੂਸ ਅਤੇ ਚੀਨ ਨੂੰ ਛੱਡ ਕੇ 110 ਦੇਸ਼ਾਂ ਨੂੰ ਦਿੱਤਾ ਸੱਦਾ। ਅਮਰੀਕਾ ਦੇ ਵਿੱਚ ਬੱਚਿਆਂ 'ਚ ਤੇਜ਼ੀ ਨਾਲ ਵੱਧ ਰਿਹਾ ਕਰੋਨਾ ਵਾਇਰਸ। ਅਮਰੀਕਾ ਦੇ ਵਿੱਚ ਕੋਵਿਡ-19 ਦੇ ਨਾਲ ਸੰਕਰਮਿਤ ਪਾਏ ਗਏ ਹਿਰਨ। ਅਮਰੀਕਾ ਦੇ ਵਿੱਚ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਦੇ ਲਈ ਲਾਜ਼ਮੀ ਹੋਵੇਗਾ ਟੀਕਾਕਰਨ। ਕਾਰੋਬਾਰਾਂ ਤੇ ਵਰਕਰਸ ਦੇ ਲਈ ਲਿਬਰਲਾਂ ਨੇ ਪੇਸ਼ ਕੀਤਾ ਨਵਾਂ ਪੈਂਡੇਮਿਕ ਏਡ ਬਿੱਲ। ਪਹਿਲੇ ਦਿਨ ਹੀ 5 ਤੋਂ 11 ਸਾਲ ਦੇ ਬੱਚਿਆਂ ਦੇ ਲਈ ਬੁੱਕ ਕਰਵਾਈ ਗਈਆਂ 31000 ਵੈਕਸੀਨ ਅਪਾਇੰਟਮੈਂਟਸ। ਕੈਨੇਡੀਅਨ ਹੁਣ ਘਰ ਬੈਠੇ ਹੀ ਮੰਗਵਾ ਸਕਣਗੇ ਭੰਗ। ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਡਿੱਗਣ ਦਾ ਖਤਰਾ ਟਲਿਆ। ਸ਼੍ਰੀਨਗਰ ਦੇ ਵਿੱਚ ਅੱਤਵਾਦ ਵਿਰੁੱਧ ਮਿਲੀ ਵੱਡੀ ਸਫਲਤਾ। ਫੌਜ ਨੇ TRF ਕਮਾਂਡਰ ਮਹਿਰਾਨ ਸਮੇਤ 3 ਆਤੰਕਵਾਦੀ ਕੀਤੇ ਢੇਰ। 29 ਨਵੰਬਰ ਨੂੰ ਦੰਗਾ ਨਹੀਂ ਕਰਨਗੇ, ਜਸ਼ਨ ਮਨਾਉਣਗੇ ਕਿਸਾਨ। ਟਰੈਕਟਰ ਰੈਲੀ ਤੇ ਬੋਲੀ ਟਿਕੈਤ। ਬਿਜਲੀ ਫ੍ਰੀ ਮਿਲਣੀ ਬੰਦ। ਸਰਕਾਰ ਲੈ ਕੇ ਆ ਰਹੀ ਹੈ ਨਵਾਂ ਕਾਨੂੰਨ। ਖਾਤੇ ਦੇ ਵਿੱਚ ਸਬਸਿਡੀ ਪਾਉਣਗੇ ਸੂਬੇ। ਨਵਜੋਤ ਸਿੱਧੂ ਤੇ ਅੱਜ ਆ ਸਕਦਾ ਵੱਡਾ ਫੈਸਲਾ। ਹਰਿਆਣਾ ਦੇ ਏਜੀ ਕਰਨਗੇ ਸੁਣਵਾਈ। ਮੇਘਾਲਿਆ ਦੇ ਵਿੱਚ ਕਾਂਗਰਸ ਦਾ ਸੁਪੜਾ ਸਾਫ਼। ਸਾਬਕਾ ਸੀਐਮ ਸਣੇ 12 MLA ਤ੍ਰਿਣਮੂਲ ਦੇ ਵਿੱਚ ਹੋਏ ਸ਼ਾਮਲ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਨੇ ਲੋਕਤੰਤਰ ਦੇ ਲਈ ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਰੂਸ ਅਤੇ ਚੀਨ ਨੂੰ ਛੱਡ ਕੇ 110 ਦੇਸ਼ਾਂ ਨੂੰ ਸੱਦਾ ਦਿੱਤਾ। ਅਮਰੀਕੀ ਵਿਦੇਸ਼ ਵਿਭਾਗ ਦੀ ਵੈਬਸਾਈਟ ਤੇ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ। ਸੱਦਾ ਪਾਉਣ ਵਾਲੇ ਦੇਸ਼ਾਂ ਦੀ ਸੂਚੀ ਦੇ ਵਿੱਚ ਅਮਰੀਕਾ ਨੇ ਤਾਈਵਾਨ ਨੂੰ ਵੀ ਸ਼ਾਮਲ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਕਈ ਮੌਕਿਆਂ ਤੇ ਜ਼ਿਕਰ ਕੀਤਾ ਹੈ ਕਿ ਜੇਕਰ ਚੀਨ ਦੇ ਦੁਆਰਾ ਹਮਲਾ ਕੀਤਾ ਜਾਂਦਾ ਤਾਂ ਤਾਈਵਾਨ ਦੀ ਮਦਦ ਦੇ ਲਈ ਅਮਰੀਕਾ ਹਮੇਸ਼ਾ ਤਿਆਰ ਰਹੇਗਾ। ਸੰਮੇਲਨ ਦੇ ਵਿੱਚ ਹਿੱਸਾ ਲੈਣ ਤੇ ਸਦੇ ਸਾਬਕਾ ਸੋਵੀਅਤ ਯੂਨੀਅਨ ਦੇ ਰਾਜ ਜਿਵੇਂ ਕਿ ਅਰਮੀਨੀਆ, ਐਸਟੋਨੀਆ, ਜਾਰਜੀਆ, ਲਾਤਵੀਆ, ਲਿਥੂਨੀਆ, ਯੂਕਰੇਨ ਨੂੰ ਵੀ ਭੇਜੇ ਗਏ ਨੇ, ਜਦੋਂ ਕਿ ਅਜ਼ਰਬੈਜਾਨ, ਬੈਲਾਰੂਸ, ਕਜ਼ਾਕਿਸਤਾਨ, ਤਜਾਕਿਸਤਾਨ ਅਤੇ ਉਜ਼ਬੇਕਿਸਤਾਨ ਨੂੰ ਸੂਚੀ ਤੋਂ ਬਾਹਰ ਰੱਖਿਆ ਗਿਆ। ਇਸ ਦੇ ਨਾਲ ਹੀ ਨਾਲ ਯੂਰਪੀ ਸੰਘ ਦੇ ਇਕਲੌਤੇ ਦੇਸ਼ ਹੰਗਰੀ ਨੂੰ ਵੀ ਸੰਮੇਲਨ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਨਹੀਂ ਭੇਜਿਆ ਗਿਆ। ਇਸ ਤੋਂ ਇਲਾਵਾ ਸਾਊਦੀ ਅਰਬ, ਈਰਾਨ ਅਤੇ ਕਈ ਵੱਡੇ ਖਾੜੀ ਦੇਸ਼ਾਂ ਦੇ ਸਮੇਤ ਉੱਤਰ ਕੋਰੀਆ, ਵੈਨੇਜ਼ੁਏਲਾ, ਸੁਡਾਨ ਅਤੇ ਇਥੋਪੀਆ ਨੂੰ ਵੀ ਸੱਦਾ ਦੇਣ ਵਾਲਿਆਂ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਲੋਕਤੰਤਰ ਦੇ ਲਈ ਸੰਮੇਲਨ 9 ਤੋਂ 10 ਦਸੰਬਰ ਨੂੰ ਹੋਵੇਗਾ। ਰਾਸ਼ਟਰਪਤੀ ਬਾਈਡਨ ਇਸ ਦੀ ਵਰਚੁਅਲੀ ਮੇਜ਼ਬਾਨੀ ਕਰਨਗੇ। ਸਿਖਰ ਸੰਮੇਲਨ ਲੋਕਤੰਤਰੀ ਦੇਸ਼ਾਂ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ ਤੇ ਉਹਨਾਂ ਦੇ ਮੌਕਿਆਂ ਤੇ ਕੇਂਦਰਿਤ ਹੋਵੇਗਾ। ਇਸ ਦੌਰਾਨ ਭਾਗ ਲੈਣ ਵਾਲੇ ਦੇਸ਼ਾਂ ਦੇ ਨੇਤਾ ਲੋਕਤੰਤਰ ਦਾ ਸਮਰਥਨ ਕਰਨ ਦੇ ਲਈ ਕਿਸੇ ਇੱਕ ਜਾਂ ਇੱਕ ਤੋਂ ਵੱਧ ਵਚਨਬੱਧਤਾ ਦਾ ਐਲਾਨ ਕਰਨ, ਕਿਸੇ ਸੁਧਾਰ ਜਾਂ ਯਤਨ ਦਾ ਜ਼ਿਕਰ ਕਰਨ ਤੇ ਮਨੁੱਖੀ ਅਧਿਕਾਰਾਂ ਦੇ ਬਾਰੇ ਚਰਚਾ ਕਰਨ ਦੇ ਯੋਗ ਹੋਣਗੇ। ਉਧਰ ਕਰੋਨਾ ਮਹਾਮਾਰੀ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਦੇ ਵਿੱਚ ਹੁਣ ਇਹ ਵਾਇਰਸ ਤੇਜ਼ੀ ਦੇ ਨਾਲ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਵਾਇਰਸ ਦਾ ਇਹ ਰੂਪ ਦੁਨੀਆ ਦੀ ਖਤਰੇ ਦੀ ਘੰਟੀ ਹੋ ਸਕਦਾ ਹੈ। ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਰਿਪੋਰਟ ਦੇ ਮੁਤਾਬਕ ਪਿਛਲੇ ਹਫ਼ਤੇ 11 ਤੋਂ 18 ਦਰਮਿਆਨ 1,41,905 ਬੱਚਿਆਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਰਿਪੋਰਟ ਦੇ ਮੁਤਾਬਕ ਪਿਛਲੇ 2 ਹਫ਼ਤਿਆਂ ਦੇ ਮੁਕਾਬਲੇ ਬੱਚਿਆਂ ਦੇ ਵਿੱਚ ਸੰਕਰਮਣ ਦੀ ਦਰ ਦੇ ਵਿੱਚ 32% ਵਾਧਾ ਹੋਇਆ ਹੈ। ਅੰਕੜੇ ਦੱਸਦੇ ਨੇ ਕਿ ਅਮਰੀਕਾ ਦੇ ਵਿੱਚ ਪਿਛਲੇ ਹਫ਼ਤੇ ਪਾਏ ਗਏ ਸੰਕਰਮਣ ਦੇ 1/3 ਕੇਸ ਬੱਚਿਆਂ ਦੇ ਨਾਲ ਸੰਬੰਧਿਤ ਨੇ। ਅਮਰੀਕਾ ਦੇ ਵਿੱਚ ਬੱਚਿਆਂ ਦੀ ਆਬਾਦੀ 22% ਹੈ। ਮਹਾਮਾਰੀ ਦੀ ਚਪੇਟ ਦੇ ਵਿੱਚ 3% ਤੋਂ ਵੀ ਘੱਟ ਬੱਚੇ ਆਏ ਨੇ। ਇਸ ਹਿਸਾਬ ਦੇ ਨਾਲ 68 ਲੱਖ ਤੋਂ ਵੱਧ ਬੱਚੇ ਸੰਕਰਮਣ ਤੇ ਪ੍ਰਭਾਵਿਤ ਹੋਏ ਨੇ ਤੇ AAP ਦੀ ਰਿਪੋਰਟ ਦੇ ਮੁਤਾਬਕ ਇਨਫੈਕਸ਼ਨ ਦੇ ਕਾਰਨ ਬੱਚਿਆਂ ਦੀ ਮੌਤ ਦੀ ਦਰ ਬਹੁਤ ਹੀ ਘੱਟ ਹੈ। ਅਮਰੀਕਾ ਦੇ 6 ਰਾਜਾਂ ਦੇ ਵਿੱਚ ਕਰੋਨਾ ਦੇ ਨਾਲ ਇੱਕ ਵੀ ਬੱਚੇ ਦੀ ਮੌਤ ਨਹੀਂ ਹੋਈ। ਬੱਚਿਆਂ ਦੇ ਵਿੱਚ ਲਾਗ ਦੇ ਆਮ ਲੱਛਣ ਦਿਸ ਰਹੇ ਨੇ। ਬੱਚੇ ਹਲਕੇ ਬਿਮਾਰ ਹੋ ਰਹੇ ਨੇ। ਇਹ ਇਸ ਦੇ ਲਈ ਹੈ ਕਿਉਂਕਿ ਬੱਚਿਆਂ ਨੂੰ ਸਮੇਂ-ਸਮੇਂ ਤੇ ਇਨਫਲੂਐਂਜ਼ਾ ਅਤੇ ਚਿਕਨ ਪੌਕਸ ਅਤੇ ਹੈਪੇਟਾਈਟਸ ਦੇ ਟੀਕੇ ਲਗਾਏ ਜਾਂਦੇ ਨੇ, ਜਿਸ ਦੇ ਨਾਲ ਉਹਨਾਂ ਦੀ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੁੰਦੀ ਹੈ। ਸੈਂਟਰਲ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਮੁਤਾਬਕ ਅਕਤੂਬਰ ਦੇ ਵਿੱਚ 15 ਤੋਂ 11 ਸਾਲ ਦੀ ਉਮਰ ਦੇ 8300 ਬੱਚਿਆਂ ਨੂੰ ਲਾਗ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਇਹਨਾਂ ਦੇ ਵਿੱਚੋਂ 172 ਦੀ ਮੌਤ ਹੋ ਗਈ ਹੈ। CDC ਨੇ ਕਿਹਾ ਕਿ ਮਹਾਮਾਰੀ ਦੀ ਤੇਜ਼ ਰਫ਼ਤਾਰ ਦੇ ਵਿੱਚ 2300 ਸਕੂਲ ਬੰਦ ਕਰ ਦਿੱਤੇ ਗਏ, ਜਿਸ ਦੇ ਨਾਲ 1.2 ਮਿਲੀਅਨ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਹੋਈ ਹੈ। ਹੁਣ ਸਕੂਲ ਖੁੱਲਣ ਦੇ ਨਾਲ ਹੀ ਨਾਲ ਇਨਫੈਕਸ਼ਨ ਬੇਕਾਬੂ ਹੋਣ ਲੱਗੀ ਹੈ, ਜੋ ਕਿ ਆਉਣ ਵਾਲੇ ਸਮੇਂ ਦੇ ਲਈ ਇੱਕ ਵੱਡੀ ਚੇਤਾਵਨੀ ਵੀ ਹੈ। ਉਧਰ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਅਤੇ ਇਨਫੈਕਸ਼ਨ ਡਿਸੀਜ਼ ਦੇ ਡਾਇਰੈਕਟਰ ਡਾਕਟਰ ਐਂਥਨੀ ਫੌਂਸੀ ਨੇ ਦੱਸਿਆ ਹੈ ਕਿ ਅਜੋਕੇ ਸਮੇਂ ਦੇ ਵਿੱਚ ਹਰ ਉਮਰ ਦੇ ਬੱਚਿਆਂ ਦੇ ਵਿੱਚ ਇਨਫੈਕਸ਼ਨ ਦੀ ਦਰ ਵਧ ਰਹੀ ਹੈ, ਜੋ ਕਿ ਇੱਕ ਚਿੰਤਾਜਨਕ ਸਥਿਤੀ ਹੈ। ਡਾਕਟਰ ਐਂਥਨੀ ਫੌਸੀ ਦਾ ਇਹ ਵੀ ਕਹਿਣਾ ਹੈ ਕਿ ਸਾਡੇ ਆਲੇ ਦੁਆਲੇ ਕਈ ਤਰ੍ਹਾਂ ਦੇ ਵਾਇਰਸ ਘੁੰਮ ਰਹੇ ਨੇ। ਬੱਚਿਆਂ ਦੇ ਸੰਬੰਧ ਦੇ ਵਿੱਚ ਬਹੁਤ ਧਿਆਨ ਰੱਖਣਾ ਹੋਵੇਗਾ, ਨਹੀਂ ਤਾਂ ਸਾਡੀ ਸਥਿਤੀ ਇੱਕ ਵਾਰ ਫਿਰ ਵਿਗੜ ਸਕਦੀ ਹੈ। AAP ਦੀ ਰਿਪੋਰਟ ਦੇ ਮੁਤਾਬਕ ਬਾਲਗਾਂ ਦੀ ਤੁਲਨਾ ਦੇ ਵਿੱਚ ਪੀੜਤ ਬੱਚਿਆਂ ਦੇ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਸੰਭਾਵਨਾ ਘੱਟ ਹੈ। ਜੇਕਰ ਅਸੀਂ ਰਾਜਾਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ 1.7 ਤੋਂ 4.0% ਬੱਚੇ ਜੋ ਕਿ ਇਨਫੈਕਸ਼ਨ ਦਾ ਸ਼ਿਕਾਰ ਨੇ, ਉਹਨਾਂ ਨੂੰ ਹਸਪਤਾਲ ਦੇ ਇਲਾਜ ਦੀ ਜ਼ਰੂਰਤ ਹੈ। ਹਾਲਾਂਕਿ ਸੰਕਰਮਣ ਦੀ ਰਫ਼ਤਾਰ ਵਧਣ ਦੇ ਨਾਲ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਵੱਧ ਸਕਦੀ ਹੈ।
ਉਧਰ ਅਮਰੀਕਾ ਦੇ ਵਿੱਚ ਸਫੇਦ ਪੂੰਛ ਵਾਲੇ ਕਈ ਹਿਰਨ ਕੋਰੋਨਾ ਵਾਇਰਸ ਦੇ ਨਾਲ ਸੰਕਰਮਿਤ ਪਾਏ ਗਏ ਨੇ, ਜੋ ਕਿ ਮਹਾਮਾਰੀ ਦੇ ਵਿਰੁੱਧ ਚੱਲ ਰਹੀ ਲੜਾਈ ਦੇ ਦੌਰਾਨ ਚਿੰਤਾ ਦਾ ਵਿਸ਼ਾ ਹੈ। ਕੈਨੇਡਾ ਦੀ ਗਲੋਬਲ ਨਿਊਜ਼ ਵੈਬਸਾਈਟ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ। ਵੈਬਸਾਈਟ ਨੇ ਵਿਗਿਆਨੀਆਂ ਦੇ ਹਵਾਲੇ ਦੇ ਨਾਲ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਜੰਗਲੀ ਜਾਨਵਰਾਂ ਦਾ ਵਾਇਰਸ ਦਾ ਪਤਾ ਲੱਗਣਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਦੇ ਨਾਲ ਇਨਸਾਨਾਂ ਦੇ ਵਿੱਚ ਕੋਵਿਡ-19 ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਉਮੀਦ ਟੁੱਟ ਸਕਦੀ ਹੈ। ਵੈਬਸਾਈਟ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਕਿ ਜੇਕਰ ਵਾਇਰਸ ਜੰਗਲੀ ਜੀਵਾਂ ਦੇ ਵਿੱਚ ਫੈਲਦਾ ਹੈ ਤਾਂ ਇਹ ਨਵੇਂ ਰੂਪਾਂ ਦੇ ਵਿੱਚ ਬਦਲ ਸਕਦਾ ਹੈ ਤੇ ਮਨੁੱਖਾਂ ਨੂੰ ਦੁਬਾਰਾ ਸੰਕਰਮਿਤ ਕਰਨ ਦਾ ਸਰੋਤ ਬਣ ਸਕਦਾ ਹੈ। ਉਧਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਰਹੱਦ ਪਾਰ ਤੋਂ ਆਉਣ ਵਾਲੇ ਸਾਰੇ ਲੋਕ ਜਿਨ੍ਹਾਂ ਦੇ ਵਿੱਚ ਟਰੱਕ ਡਰਾਈਵਰ, ਸਰਕਾਰੀ ਅਤੇ ਐਮਰਜੈਂਸੀ ਸੇਵਾ ਅਧਿਕਾਰੀ ਸ਼ਾਮਲ ਨੇ, ਉਹਨਾਂ ਦੇ ਲਈ ਪੂਰੀ ਤਰ੍ਹਾਂ ਟੀਕਾਕਰਨ ਲਾਜ਼ਮੀ ਕਰ ਸਕਦੇ ਨੇ। ਇਹ ਨਿਯਮ 22 ਜਨਵਰੀ ਤੋਂ ਲਾਗੂ ਹੋ ਸਕਦਾ ਹੈ। ਬਾਈਡਨ ਪ੍ਰਸ਼ਾਸਨ ਇਸ ਸੰਬੰਧ ਦੇ ਵਿੱਚ ਜਲਦੀ ਕੋਈ ਐਲਾਨ ਕਰ ਸਕਦਾ ਹੈ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀ ਕਿਹਾ ਕਿ ਵਾਈਟ ਹਾਊਸ ਨੇ ਅਕਤੂਬਰ ਦੇ ਵਿੱਚ ਇਸ ਨਿਯਮ ਤੇ ਵਿਚਾਰ ਕੀਤਾ ਸੀ। ਇਹ ਨਿਯਮ ਦੇਸ਼ ਦੀ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਦੇ ਲਈ ਹੋਵੇਗਾ। ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਏਪੀ ਨੂੰ ਦੱਸਿਆ ਕਿ ਕਿਸ਼ਤੀਆਂ ਦੁਆਰਾ ਪਹੁੰਚਾਉਣ ਵਾਲੀਆਂ ਜ਼ਰੂਰੀ ਸੇਵਾਵਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਹੋਏਗੀ। ਇਹ ਨਿਯਮ ਉਹਨਾਂ ਦੇ ਨਾਲ ਸੰਬੰਧਿਤ ਹੈ ਜੋ ਕਿ ਸੰਯੁਕਤ ਰਾਜ ਦੇ ਨਾਗਰਿਕ ਨਹੀਂ ਹਨ। ਅਮਰੀਕੀ ਨਾਗਰਿਕ ਅਤੇ ਸਥਾਈ ਨਿਵਾਸੀ ਪਹਿਲਾਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਦੇਸ਼ ਦੇ ਵਿੱਚ ਦਾਖਲ ਹੋ ਸਕਦੇ ਨੇ। ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰਾਂ ਦੇ ਮੁਤਾਬਕ ਯੂਐਸ ਦੇ ਵਿੱਚ 47 ਮਿਲੀਅਨ ਬਾਲਗਾਂ ਨੂੰ ਅਜੇ ਤੱਕ ਕੋਵਿਡ-19 ਵਿਰੋਧੀ ਟੀਕੇ ਨਹੀਂ ਲੱਗੇ। ਉਧਰ ਬੁੱਧਵਾਰ ਦੁਪਹਿਰ ਨੂੰ ਲਿਬਰਲ ਸਰਕਾਰ ਦੇ ਵੱਲੋਂ ਨਵਾਂ ਪੈਂਡੇਮਿਕ ਏਡ ਬਿੱਲ ਪੇਸ਼ ਕੀਤਾ ਗਿਆ, ਜੋ ਕਿ ਕਾਰੋਬਾਰਾਂ ਤੇ ਵਰਕਰਸ ਦੇ ਲਈ 2022 ਦੀ ਬਸੰਤ ਤੱਕ ਥੋੜੀ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ। ਜੇ ਪਾਸ ਹੋ ਜਾਂਦਾ ਹੈ ਤਾਂ ਬਿੱਲ C2 ਤਹਿਤ ਕਈ ਨਵੇਂ ਟੀਚਿਆਂ ਦੇ ਆਧਾਰਿਤ ਪ੍ਰੋਗਰਾਮ ਲਿਆਂਦੇ ਜਾਣਗੇ। ਮਹਾਮਾਰੀ ਦੇ ਸ਼ੁਰੂ ਹੋਣ ਸਮੇਂ ਪੇਸ਼ ਕੀਤੇ ਗਏ ਪਹਿਲਾਂ ਤੋਂ ਵੀ ਮੌਜੂਦ ਬੈਨੀਫਿਟਸ ਨੂੰ ਮੁੜ ਸਿਰਜਿਆ ਜਾਵੇਗਾ। ਇਸ ਮੌਕੇ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੋਫਰ ਫਰੀਡਲੈਂਡ ਨੇ ਦੱਸਿਆ ਕਿ ਵੈਕਸੀਨੇਸ਼ਨ ਦੀ ਉੱਚ ਦਰ ਕਾਰਨ 1 ਮਿਲੀਅਨ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਬੱਚੇ ਸਕੂਲਾਂ ਦੇ ਵਿੱਚ ਪਰਤੇ, ਦੇਸ਼ ਭਰ ਦੇ ਵਿੱਚ ਕਾਰੋਬਾਰ ਹੌਲੀ-ਹੌਲੀ ਰੀਓਪਨ ਹੋ ਰਹੇ ਨੇ। ਇਹਨਾਂ ਨਵੇਂ ਤੇ ਸੁਧਰੇ ਹੋਏ ਹਾਲਾਤਾਂ ਦੇ ਮੱਦੇਨਜ਼ਰ ਲੋਕਾਂ ਦੀ ਮਦਦ ਦੇ ਲਈ ਹੋਰ ਮਾਪਦੰਡ ਅਪਣਾਏ ਜਾਣਾ ਬੇहद ਜ਼ਰੂਰੀ ਹੈ। ਉਹਨਾਂ ਨੇ ਆਖਿਆ ਕਿ ਪਹਿਲਾਂ ਤੋਂ ਹੀ ਐਲਾਨੇ ਗਏ ਟੂਰਿਜ਼ਮ ਐਂਡ ਹਸਪਿਟੈਲਿਟੀ ਰਿਕਵਰੀ ਪ੍ਰੋਗਰਾਮ ਤੇ ਬਿਜ਼ਨਸ ਰਿਕਵਰੀ ਪ੍ਰੋਗਰਾਮ ਵੈਜ ਤੇ ਰੈਟ ਸਬਸਿਡੀਜ਼ ਦੇ ਰਾਹੀਂ ਮਦਦ ਮੁਹੱਈਆ ਕਰਵਾਉਣਗੇ। ਟੂਰਿਜ਼ਮ ਐਂਡ ਹਸਪਿਟੈਲਿਟੀ ਰਿਕਵਰੀ ਪ੍ਰੋਗਰਾਮ ਹੋਟਲਾਂ, ਟੂਰ ਆਪਰੇਟਰਸ, ਟਰੈਵਲ ਏਜੰਸੀਜ਼ ਤੇ ਰੈਸਟੋਰੈਂਟਸ ਦੇ ਉੱਤੇ ਲਾਗੂ ਹੋਵੇਗਾ ਤੇ ਇਸ ਦੇ ਨਾਲ ਸਬਸਿਡੀ ਰੇਟ 75% ਹੋਵੇਗਾ, ਜਦਕਿ ਬਿਜ਼ਨਸ ਰਿਕਵਰੀ ਪ੍ਰੋਗਰਾਮ ਉਹਨਾਂ ਬਿਜ਼ਨਸ ਦੇ ਉੱਤੇ ਅਪਲਾਈ ਹੋਵੇਗੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਸਹਿਣਾ ਪਿਆ ਤੇ ਇਸ ਦਾ ਸਬਸਿਡੀ ਰੇਟ 50% ਹੋਵੇਗਾ। ਪਹਿਲੇ ਪ੍ਰੋਗਰਾਮ ਦੇ ਲਈ ਯੋਗ ਬਣਨ ਵਾਸਤੇ ਕਾਰੋਬਾਰਾਂ ਨੂੰ 12 ਮਹੀਨੇ ਦੀ ਆਮਦਨ ਦੇ ਵਿੱਚ 40% ਘਾਟੇ ਦੇ ਨਾਲ-ਨਾਲ ਮੌਜੂਦਾ ਮਹੀਨੇ ਦੀ ਆਮਦਨ ਦੇ ਵਿੱਚ ਆਈ ਕਮੀ ਦਰਸਾਉਣੀ ਹੋਵੇਗੀ, ਜਦਕਿ ਦੂਜੇ ਪ੍ਰੋਗਰਾਮ ਦੇ ਲਈ ਯੋਗ ਹੋਣ ਵਾਸਤੇ ਕਾਰੋਬਾਰਾਂ ਨੂੰ 12 ਮਹੀਨਿਆਂ ਦੀ ਆਮਦਨ ਦੇ ਵਿੱਚ 50% ਦੀ ਕਮੀ ਦੇ ਨਾਲ-ਨਾਲ ਮੌਜੂਦਾ ਮਹੀਨੇ ਦੀ ਆਮਦਨ ਦੇ ਵਿੱਚ ਵੀ ਇੰਨੀ ਹੀ ਕਮੀ ਦਰਸਾਉਣੀ ਹੋਵੇਗੀ। ਸਰਕਾਰ ਦੇ ਵੱਲੋਂ ਲਾਗੂ ਲਾਕਡਾਊਨ ਤੋਂ ਪ੍ਰਭਾਵਿਤ ਕਾਰੋਬਾਰਾਂ ਦੀ ਮਦਦ ਦੇ ਲਈ ਸਰਕਾਰ ਲੋਕਲ ਲਾਕਡਾਊਨ ਪ੍ਰੋਗਰਾਮ ਵੀ ਪੇਸ਼ ਕਰਨ ਜਾ ਰਹੀ ਹੈ। ਇਹਨਾਂ ਕੰਪਨੀਆਂ ਨੂੰ ਵੱਧ ਤੋਂ ਵੱਧ ਸਬਸਿਡੀ ਰਕਮ ਮਿਲੇਗੀ। ਵਰਕਰਸ ਦੇ ਲਈ ਬਿੱਲ ਦੇ ਵਿੱਚ ਕੈਨੇਡਾ ਵਰਕਰ ਲਾਕਡਾਊਨ ਬੈਨੀਫਿਟਸ ਦਰਜ ਹਨ, ਜੋ ਕਿ ਮਸ਼ਹੂਰ ਕੈਨੇਡਾ ਰਿਸਪੌਂਸ ਬੈਨੀਫਿਟ ਦੀ ਥਾਂ ਲੈਣਗੇ। ਇਹ ਉਹਨਾਂ ਦੇ ਲਈ ਵੀ ਹੋਣਗੇ ਜਿਨ੍ਹਾਂ ਦਾ ਕੰਮ ਸਿੱਧੇ ਤੌਰ ਤੇ ਮਹਾਮਾਰੀ ਦੇ ਕਾਰਨ ਪ੍ਰਭਾਵਿਤ ਹੋਇਆ। ਇਹ ਇੰਪਲੋਇਮੈਂਟ ਇੰਸ਼ੋਰੈਂਸ ਦੇ ਲਈ ਯੋਗ ਅਤੇ ਯੋਗ ਵਰਕਰਸ ਦੇ ਲਈ ਵੀ ਉਪਲਬਧ ਹੋਣਗੇ ਜਿਨ੍ਹਾਂ ਚਿਰ ਉਹ ਉਹਨੇ ਅਰਸੇ ਲਈ EI ਰਾਹੀਂ ਬੈਨੀਫਿਟ ਹਾਸਲ ਨਹੀਂ ਕਰਦੇ। ਇਸ ਤੋਂ ਇਲਾਵਾ ਲਿਬਰਲ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਤੇ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਦੇ ਵਿੱਚ ਵਾਧਾ ਕਰਨ ਦਾ ਪ੍ਰਸਤਾਵ ਵੀ ਲਿਆ ਰਹੇ ਨੇ। ਪਹਿਲੇ ਬੈਨੀਫਿਟਸ 42 ਤੋਂ 44 ਹਫ਼ਤਿਆਂ ਦੇ ਲਈ ਤੇ ਦੂਜੇ ਬੈਨੀਫਿਟਸ 4 ਤੋਂ 6 ਹਫ਼ਤਿਆਂ ਦੇ ਲਈ ਹੋਣਗੇ। ਇਸ ਤੋਂ ਇਲਾਵਾ ਕੈਨੇਡਾ ਰਿਕਵਰੀ ਹਾਇਰਿੰਗ ਪ੍ਰੋਗਰਾਮ ਉਹਨਾਂ ਦੇ ਉੱਤੇ ਇੰਪਲੋਇਰਸ ਦੇ ਲਈ ਹੋਵੇਗਾ ਜਿਨ੍ਹਾਂ ਨੂੰ ਆਮਦਨ ਦੇ ਵਿੱਚ 10% ਤੋਂ ਵੀ ਵੱਧ ਨੁਕਸਾਨ ਹੋਇਆ ਹੋਵੇਗਾ। ਇਸ ਬੈਨੀਫਿਟ ਦੇ ਲਈ ਸਬਸਿਡੀ ਰੇਟ 50% ਤੱਕ ਹੋਵੇਗਾ। ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ 7 ਮਈ 2022 ਤੱਕ ਵਾਧਾ ਕੀਤਾ ਜਾਵੇਗਾ। ਉਧਰ ਸਿਟੀ ਆਫ ਟੋਰਾਂਟੋ ਦੇ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਦੇ ਅਨੁਸਾਰ 5 ਤੋਂ 11 ਸਾਲ ਦੇ ਦਰਮਿਆਨ ਬੱਚਿਆਂ ਦੇ ਲਈ 31000 ਵੈਕਸੀਨ ਅਪਾਇੰਟਮੈਂਟਸ ਮੰਗਲਵਾਰ ਨੂੰ ਬੁੱਕ ਕਰਵਾਈਆਂ ਗਈਆਂ। ਓਨਟਾਰੀਓ ਭਰ ਦੇ ਇਸ ਉਮਰ ਵਰਗ ਦੇ ਬੱਚਿਆਂ ਦੇ ਲਈ ਅਪਾਇੰਟਮੈਂਟਸ ਬੁੱਕ ਕਰਵਾਉਣ ਦਾ ਇਹ ਪਹਿਲਾ ਦਿਨ ਸੀ। ਸਿਟੀ ਨੇ ਦੱਸਿਆ ਕਿ ਅਗਲੇ ਕਈ 2.5 ਹਫ਼ਤਿਆਂ ਦੇ ਵਿੱਚ ਇਸ ਉਮਰ ਵਰਗ ਦੇ ਬੱਚਿਆਂ ਦੇ ਵਾਸਤੇ 49000 ਅਪਾਇੰਟਮੈਂਟਸ ਉਪਲਬਧ ਨੇ। ਮੇਅਰ ਜੌਨ ਟੌਰੀ ਨੇ ਇਸ ਗੱਲ ਦੇ ਉੱਤੇ ਖੁਸ਼ੀ ਪ੍ਰਗਟਾਈ ਹੈ ਕਿ ਇਹ ਅਪਾਇੰਟਮੈਂਟਸ ਇੰਨੀ ਜਲਦੀ ਬੁੱਕ ਹੋ ਗਈਆਂ ਨੇ। ਉਹਨਾਂ ਨੇ ਆਖਿਆ ਕਿ ਇਹਨਾਂ ਬੱਚਿਆਂ ਦੇ ਨਾਲ-ਨਾਲ ਸਾਡੇ ਸਾਰਿਆਂ ਦੀ ਸਾਂਝੀ ਸਿਹਤ ਦੇ ਲਈ ਵੈਕਸੀਨੇਸ਼ਨ ਕਾਫੀ ਜ਼ਰੂਰੀ ਹੈ। ਇਸ ਦੇ ਨਾਲ ਹੀ ਸਾਡੇ ਸਕੂਲਾਂ ਨੂੰ ਵੀ ਰੱਖਣਾ ਤੇ ਮਹਾਮਾਰੀ ਨੂੰ ਜੜੋਂ ਖਤਮ ਕਰਨ ਦੇ ਲਈ ਵੀ ਜ਼ਰੂਰੀ ਹੈ। ਉਹਨਾਂ ਨੇ ਆਖਿਆ ਕਿ ਵੈਕਸੀਨਸ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਨੇ। ਓਨਟਾਰੀਓ ਦੇ ਵਿੱਚ ਟੋਰਾਂਟੋ ਅਜਿਹੀ ਪਹਿਲੀ ਸਿਟੀ ਹੈ ਜਿਸ ਨੇ ਮੰਗਲਵਾਰ ਤੋਂ ਬੱਚਿਆਂ ਦਾ ਟੀਕਾਕਰਨ ਸ਼ੁਰੂ ਕੀਤਾ, ਪਰ ਸ਼ੁਰੂਆਤੀ ਗੇੜ ਦੇ ਵਿੱਚ ਸਿਰਫ 10 ਬੱਚਿਆਂ ਨੂੰ ਹੀ ਵੈਕਸੀਨੇਟ ਕੀਤਾ ਗਿਆ। ਮੇਅਰ ਟੌਰੀ ਨੇ ਆਖਿਆ ਕਿ ਉਹ ਆਸ ਕਰਦੇ ਨੇ ਕਿ ਟੋਰਾਂਟੋ ਦੇ 5 ਤੋਂ 11 ਸਾਲਾਂ ਦੇ ਦਰਮਿਆਨ ਦੇ ਸਾਰੇ ਬੱਚਿਆਂ ਦਾ ਟੀਕਾਕਰਨ ਜਲਦ ਤੋਂ ਜਲਦ ਹੋ ਜਾਵੇਗਾ। ਬੁੱਧਵਾਰ ਨੂੰ ਟੋਰਾਂਟੋ ਬੋਰਡ ਆਫ ਹੈਲਥ ਨੇ ਚੇਅਰ ਜੋ ਕ੍ਰੈਸੀ ਨੇ ਮੈਡੀਕਲ ਆਫਿਸਰ ਆਫ ਹੈਲਥ ਡਾਕਟਰ ਐਲਿਨ ਡੀ ਵਿਲਾ ਬੱਚਿਆਂ ਦੇ ਟੀਕਾਕਰਨ ਦੇ ਬਾਰੇ ਸਿਟੀ ਨੂੰ ਅਪਡੇਟ ਕਰਨ ਦੇ ਲਈ ਮੈਟਰੋ ਟੋਰਾਂਟੋ ਕਨਵੋਕੇਸ਼ਨ ਸੈਂਟਰ ਦੇ ਉੱਤੇ ਮੌਜੂਦ ਸਨ। ਬੱਚਿਆਂ ਦੇ ਟੀਕਾਕਰਨ ਦੇ ਲਈ ਇਹ ਕਲੀਨਿਕ ਵੀਰਵਾਰ ਤੋਂ ਕਈ ਲੋਕੇਸ਼ਨਸ ਦੇ ਉੱਤੇ ਖੋਲੇ ਜਾਣਗੇ। ਇਸ ਤੋਂ ਇਲਾਵਾ ਕੁਝ ਲੋਕਲ ਫਾਰਮੇਸੀਜ਼ ਤੇ ਡਾਕਟਰ ਆਫਿਸਿਸ ਦੇ ਵਿੱਚ ਵੀ ਬੱਚਿਆਂ ਨੂੰ ਸ਼ਾਟ ਦਿੱਤੇ ਜਾਣਗੇ। ਉਧਰ ਓਬੇਰ ਕੈਨੇਡਾ ਦੇ ਓਨਟਾਰੀਓ ਦੇ ਵਿੱਚ ਉਪਭੋਗਤਾਵਾਂ ਨੂੰ ਆਪਣੀ ਓਬੇਰ ਈਟਸ ਐਪ ਤੇ ਕੈਨਾਬਿਸ ਮਤਲਬ ਯਾਨੀ ਕਿ
ਭੰਗ ਆਰਡਰ ਕਰਨ ਦੀ ਇਜਾਜ਼ਤ ਦੇਵੇਗਾ। ਕੰਪਨੀ ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਤੇਜ਼ੀ ਦੇ ਨਾਲ ਵੱਧ ਰਹੇ ਕਾਰੋਬਾਰ ਦੇ ਵਿੱਚ ਅੱਗੇ ਵਧ ਰਹੀ ਹੈ। ਬੁਲਾਰੇ ਨੇ ਕਿਹਾ ਕਿ ਉਬੇਰ ਈਟਸ ਸੋਮਵਾਰ ਨੂੰ ਭੰਗ ਦੇ ਰਿਟੇਲਰ ਟੋਕੀਓ ਸਮੋਕ ਨੂੰ ਆਪਣੀ ਮਾਰਕੀਟ ਦੇ ਵਿੱਚ ਸੂਚੀਬੱਧ ਕਰੇਗੀ। ਇਸ ਤੋਂ ਬਾਅਦ ਗਾਹਕ ਉਬੇਰ ਈਟਸ ਐਪ ਤੋਂ ਆਰਡਰ ਦੇ ਸਕਦੇ ਨੇ ਅਤੇ ਫਿਰ ਇਸ ਨੂੰ ਆਪਣੇ ਨਜ਼ਦੀਕੀ ਟੋਕੀਓ ਸਮੋਕ ਸੈਂਟਰ ਤੋਂ ਸਟੋਰ ਲੈ ਸਕਦੇ ਨੇ। ਉਬੇਰ ਜੋ ਕਿ ਪਹਿਲਾਂ ਹੀ ਆਪਣੇ ਈਟਸ ਯੂਨਿਟ ਦੁਆਰਾ ਸ਼ਰਾਬ ਦੀ ਡਿਲੀਵਰੀ ਕਰਦਾ, ਉਸਨੇ ਪਿਛਲੇ ਕੁਝ ਸਮੇਂ ਤੋਂ ਵੱਧ ਰਹੇ ਭੰਗ ਦੇ ਵੱਧਦੇ ਬਾਜ਼ਾਰ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ। ਇਸ ਦੇ ਸੀਈਓ ਦਾਰਾ ਖੁਸ਼ਰੋ ਸ਼ਾਹੀ ਨੇ ਅਪ੍ਰੈਲ ਦੇ ਵਿੱਚ ਮੀਡੀਆ ਨੂੰ ਦੱਸਿਆ ਕਿ ਕਾਨੂੰਨੀ ਹੱਦਾਂ ਸਪਸ਼ਟ ਹੋਣ ਤੋਂ ਬਾਅਦ ਕੰਪਨੀ ਸੰਯੁਕਤ ਰਾਜ ਦੇ ਵਿੱਚ ਭੰਗ ਦੀ ਪੇਸ਼ਕਸ਼ ਕਰਨ ਦੇ ਬਾਰੇ ਵਿਚਾਰ ਕਰੇਗੀ। ਕੈਨੇਡਾ ਦੇ ਮਨੋਰੰਜਨ ਦੇ ਲਈ ਭੰਗ ਦੇ ਕਾਨੂੰਨੀਕਰਨ ਦੇ ਵਿੱਚ 3 ਸਾਲਾਂ ਤੋਂ ਵੱਧ ਸਮੇਂ ਦੇ ਨਾਲ ਦੇਸ਼ ਦੇ ਆਪਣੀ ਬਿਮਾਰ ਪੋਰਟ ਮਾਰਕੀਟ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿੱਥੇ ਗੈਰ ਕਾਨੂੰਨੀ ਉਤਪਾਦਕ ਅਜੇ ਵੀ ਕੁਝ ਸਾਲਾਨਾ ਵਿਕਰੀ ਦੇ ਇੱਕ ਵੱਡੇ ਹਿੱਸੇ ਨੂੰ ਕੰਟਰੋਲ ਕਰਦੇ ਨੇ। ਉਬੇਰ ਨੇ ਸੋਮਵਾਰ ਨੂੰ ਕਿਹਾ ਕਿ ਭਾਈਵਾਲੀ ਦੁਆਰਾ ਕੈਨੇਡੀਅਨ ਬਾਲਗਾਂ ਨੂੰ ਸੁਰੱਖਿਅਤ ਕਾਨੂੰਨੀ ਭੰਗ ਖਰੀਦਣ ਦੇ ਵਿੱਚ ਮਦਦ ਮਿਲੇਗੀ, ਜਿਸ ਦੇ ਨਾਲ ਭੂਮੀਗਤ ਗੈਰ ਕਾਨੂੰਨੀ ਮਾਰਕੀਟ ਦਾ ਮੁਕਾਬਲਾ ਕਰਨ ਦੇ ਵਿੱਚ ਵੀ ਮਦਦ ਕਰੇਗੀ, ਜੋ ਕਿ ਅਜੇ ਵੀ ਰਾਸ਼ਟਰੀ ਪੱਧਰ ਤੇ ਗੈਰ ਮੈਡੀਕਲ ਕੈਨਾਬਿਸ ਦੀ ਵਿਕਰੀ ਦਾ 40% ਤੋਂ ਵੱਧ ਹੈ। ਗਲੋਬਲ ਕੈਨਾਬਿਸ ਸਟਾਕ ਟਰੈਕਟਰ MJ ETF 2% ਵਧਿਆ, ਜੋ ਕਿ ਉਬੇਰ ਦੇ ਸ਼ੇਅਰ ਪ੍ਰੀ ਮਾਰਕੀਟ ਵਪਾਰ ਦੇ ਵਿੱਚ $40.78 ਦੇ 1.2% ਵਧੇ। ਉਦਯੋਗ ਫਾਰਮ BDS ਵਿਸ਼ਲੇਸ਼ਣ ਦੇ ਅੰਕੜਿਆਂ ਦੇ ਮੁਤਾਬਕ ਕੈਨੇਡਾ ਦੇ ਵਿੱਚ ਭੰਗ ਦੀ ਵਿਕਰੀ 2021 ਦੇ ਵਿੱਚ ਕੁੱਲ $4 ਬਿਲੀਅਨ ਹੋਵੇਗੀ ਅਤੇ ਇਸ ਦੇ 2026 ਦੇ ਵਿੱਚ $6.7 ਬਿਲੀਅਨ ਯਾਨੀ ਕਿ 49,890 ਕਰੋੜ ਤੱਕ ਵਧਣ ਦਾ ਅਨੁਮਾਨ ਹੈ। ਦੂਜੇ ਕੈਨੇਡੀਅਨ ਸੂਬੇ ਜਾਂ ਫਿਰ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਵਿਸਥਾਰ ਦੀ ਸੰਭਾਵਨਾ ਬਾਰੇ ਪੁੱਛੇ ਜਾਣ ਤੇ ਇੱਕ ਉਬੇਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮੇਂ ਸਾਂਝਾ ਕਰਨ ਦੇ ਲਈ ਹੋਰ ਕੁਝ ਵੀ ਨਹੀਂ ਹੈ। ਉਬੇਰ ਦੇ ਬੁਲਾਰੇ ਨੇ ਰਾਈਟਰਸ ਨੂੰ ਦੱਸਿਆ ਹੈ ਕਿ ਅਸੀਂ ਬਾਜ਼ਾਰ ਨਿਯਮਾਂ ਤੇ ਮੌਕਿਆਂ ਨੂੰ ਨੇੜਿਓਂ ਦੇਖਣਾ ਜਾਰੀ ਰੱਖਾਂਗੇ ਤੇ ਜਿਵੇਂ-ਜਿਵੇਂ ਸਥਾਨਕ ਅਤੇ ਸੰਘੀ ਕਾਨੂੰਨ ਵਿਕਸਿਤ ਹੋਣਗੇ, ਅਸੀਂ ਦੂਜੇ ਖੇਤਰਾਂ ਦੇ ਵਿੱਚ ਵੀ ਕੰਮ ਕਰਨ ਵਾਲੇ ਵਪਾਰੀਆਂ ਦੇ ਨਾਲ-ਨਾਲ ਮੌਕਿਆਂ ਦੀ ਖੋਜ ਕਰਾਂਗੇ। ਪਿਛਲੇ ਸਾਲ ਦੀ ਮਹਾਮਾਰੀ ਦੁਆਰਾ ਪ੍ਰੇਰਿਤ ਸਖਤ ਆਦੇਸ਼ਾਂ ਅਤੇ ਤਾਲਾਬੰਦੀਆਂ ਨੂੰ ਉਹਨਾਂ ਨੇ ਗ੍ਰਾਹਕਾਂ ਤੋਂ ਭੰਗ ਦੇ ਨਾਲ ਸੰਬੰਧਿਤ ਉਤਪਾਦਾਂ ਦੀ ਮੰਗ ਨੂੰ ਵਧਾ ਦਿੱਤਾ, ਜੋ ਕਿ ਸੀਮਤ ਮਨੋਰੰਜਨ ਵਿਕਲਪਾਂ ਦੇ ਨਾਲ-ਨਾਲ ਘਰ ਦੇ ਵਿੱਚ ਫਸੇ ਹੋਏ ਸਨ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਡਿੱਗਣ ਦਾ ਖਤਰਾ ਇਸ ਸਾਲ ਟਲ ਗਿਆ। ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਬੀਤੇ ਕੱਲ ਸੈਨੇਟ ਦੇ ਵਿੱਚ ਗਵਰਨਰ ਜਨਰਲ ਮੈਰੀ ਸਾਈਮਨ ਨੇ ਥਰੋਨ ਸਪੀਚ ਭਾਸ਼ਣ ਯਾਨੀ ਕਿ ਰਾਸ਼ਟਰਪਤੀ ਭਾਸ਼ਣ ਪੜ੍ਹਿਆ, ਜਿਸ ਨੂੰ ਹਾਊਸ ਆਫ ਕਾਮਨਸ ਦੇ ਮੈਂਬਰਾਂ ਨੇ ਵੀ ਸੁਣਿਆ। ਇਹ ਭਾਸ਼ਣ ਸੱਤਾਧਾਰੀ ਲਿਬਰਲ ਪਾਰਟੀ ਦੇ ਵੱਲੋਂ ਆਪਣੇ ਦੇਸ਼ ਏਜੰਡੇ ਦੇ ਮੁਤਾਬਕ, ਆਪਣੇ ਚੋਣ ਏਜੰਡੇ ਦੇ ਮੁਤਾਬਕ ਸਰਕਾਰ ਦੀਆਂ ਨੀਤੀਆਂ ਦੇ ਅਨੁਸਾਰ ਤਿਆਰ ਕੀਤਾ ਗਿਆ ਸੀ। ਇਸ ਦੇ ਵਿੱਚ ਮੁੱਖ ਤੌਰ ਤੇ ਕੋਰੋਨਾ ਵਾਇਰਸ ਤੇ ਕਾਬੂ ਤੇ ਆਰਥਿਕਤਾ ਨੂੰ ਲੀਹਾਂ ਤੇ ਰੱਖਣ ਅਤੇ ਆਦੀਵਾਸੀ ਭਾਈਚਾਰਿਆਂ ਦੇ ਨਾਲ ਨੇੜਤਾ ਵਧਾਉਣ ਦੇ ਮੁੱਦਿਆਂ ਦਾ ਜ਼ਿਕਰ ਸੀ। ਭਾਸ਼ਣ ਦੀ ਸਮਾਪਤੀ ਤੋਂ ਬਾਅਦ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਨ ਓਟੂਲ ਨੇ ਸੰਸਦ ਦੇ ਵਿੱਚ ਇਸ ਦੀ ਹਮਾਇਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਹਮਾਇਤ ਕਰਨ ਦਾ ਸਪਸ਼ਟ ਐਲਾਨ ਨਹੀਂ ਕੀਤਾ, ਪਰ ਬਲਾਕ ਕਿਊਬਿਕ ਦੇ ਆਗੂ ਇਵੇਸ ਫਰਾਂਸ਼ੂਆ ਬਲਾਂਸ਼ੇ ਨੇ ਕਿਹਾ ਹੈ ਕਿ ਭਾਸ਼ਣ ਦੇ ਰਾਹੀਂ ਪੇਸ਼ ਕੀਤੇ ਗਏ ਸਰਕਾਰ ਦੇ ਏਜੰਡੇ ਨੂੰ ਬਰਦਾਸ਼ਤ ਕਰ ਸਕਦੇ ਨੇ। ਉਹਨਾਂ ਦੀ ਪਾਰਟੀ ਦੇ ਸੰਸਦ ਮੈਂਬਰ ਇਸ ਦੇ ਹੱਕ ਦੇ ਵਿੱਚ ਵੋਟ ਪਾਉਣਗੇ। ਟਰੂਡੋ ਨੂੰ ਸੰਸਦ ਦੇ ਵਿੱਚ ਭਰੋਸਾ ਬਰਕਰਾਰ ਰੱਖਣ ਦੇ ਲਈ ਉਪਰੋਕਤ 3 ਦੇ ਵਿੱਚੋਂ ਕਿਸੇ ਇੱਕ ਵਿਰੋਧੀ ਪਾਰਟੀ ਦਾ ਸਮਰਥਨ ਚਾਹੀਦਾ ਹੈ। ਹੁਣ 2022 ਦੇ ਵਿੱਚ ਬਜਟ ਦੇ ਵਿੱਚ ਕੈਨੇਡਾ ਦੀ ਮੌਜੂਦਾ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਉਧਰ ਸ਼੍ਰੀਨਗਰ ਦੇ ਰਾਮਬਾਗ ਇਲਾਕੇ ਦੇ ਵਿੱਚ ਬੁੱਧਵਾਰ ਸੁਰੱਖਿਆ ਫੋਰਸਾਂ ਨੂੰ ਅੱਤਵਾਦ ਵਿਰੁੱਧ ਵੱਡੀ ਸਫਲਤਾ ਮਿਲੀ। ਇੱਥੇ ਫੌਜ ਨੇ 3 ਆਤੰਕਵਾਦੀਆਂ ਨੂੰ ਢੇਰ ਕਰ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਰਾਮਬਾਗ ਇਲਾਕੇ ਦੇ ਵਿੱਚ ਆਤੰਕਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਦੇ ਵਿੱਚੋਂ ਆਤੰਕਵਾਦੀਆਂ ਨੂੰ ਘੇਰ ਲਿਆ ਤੇ ਉਹਨਾਂ ਨੂੰ ਆਤਮ ਸਮਰਪਣ ਕਰਨ ਦੇ ਲਈ ਕਿਹਾ। ਆਤੰਕਵਾਦੀਆਂ ਨੇ ਆਤਮ ਸਮਰਪਣ ਕਰਨ ਦੇ ਲਈ ਥਾਂ ਸੁਰੱਖਿਆ ਫੋਰਸਾਂ ਦੇ ਜਵਾਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਦੇ ਦੌਰਾਨ 3 ਆਤੰਕਵਾਦੀ ਮਾਰੇ ਗਏ। IGP ਵਿਜੇ ਕੁਮਾਰ ਨੇ ਉਕਤ ਆਤੰਕਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਲਾਕੇ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਲਾਕਾ ਭੀੜ ਵਾਲਾ ਹੋਣ ਦੇ ਕਾਰਨ ਜਵਾਨਾਂ ਨੇ ਸੰਜਮ ਵਰਤਦਿਆਂ ਕਾਰਵਾਈ ਕੀਤੀ। ਇਸ ਆਪਰੇਸ਼ਨ ਨੂੰ ਫੌਜ ਦੇ ਨਾਲ-ਨਾਲ ਪੁਲਿਸ ਅਤੇ CRPF ਦੇ ਜਵਾਨਾਂ ਦੇ ਨਾਲ ਮਿਲ ਕੇ ਨੇਪਰੇ ਚਾੜਿਆ ਗਿਆ। ਜਵਾਨਾਂ ਨੇ ਮੋਰਚਾ ਸੰਭਾਲਣ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ। ਮੁਕਾਬਲੇ ਦੇ ਵਿੱਚ ਮਾਰੇ ਗਏ ਆਤੰਕਵਾਦੀਆਂ ਦੀ ਪਛਾਣ ਮਹਿਰੀਨ ਯਾਸੀਨ, ਸ਼ਾਲਾ ਪੁੱਤਰ ਮੁਹੰਮਦ ਯਾਸੀਨ ਵਾਸੀ ਜਮਾਲਤਾ, MR ਗੰਜ ਬਾਸਿਤ ਮਲਿਕ ਪੁੱਤਰ ਅਤੇ ਅਲੀ ਮੁਹੰਮਦ ਮਾਲਿਕ ਵਾਸੀ ਨੋਪੋਰਾ, ਸਫਾ ਕਦਲ ਅਤੇ ਮਨਜ਼ੂਰ ਅਹਿਮਦ ਪੁੱਤਰ ਸੋਨੋਲਾ ਮੀਰ ਵਾਸੀ ਬਾਬਰ ਪੁਲਵਾਮਾ ਵਜੋਂ ਹੋਈ ਹੈ। ਵਿਜੇ ਕੁਮਾਰ ਨੇ ਕਿਹਾ ਕਿ ਮੁਕਾਬਲੇ ਦੇ ਵਿੱਚ ਮਾਰੇ ਗਏ 3 ਆਤੰਕਵਾਦੀਆਂ ਦੇ ਵਿੱਚੋਂ ਇੱਕ ਮਹਿਰਾਨ TRF ਦਾ ਕਮਾਂਡਰ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਦਿਨ ਪਹਿਲਾਂ 2 ਅਧਿਆਪਕਾਂ ਤੇ ਕੁਝ ਹੋਰ ਨਾਗਰਿਕਾਂ ਦੀ ਹੱਤਿਆ ਦੇ ਨਾਲ ਸਾਹਮਣੇ ਆਉਣ ਵਾਲੀ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਤੋਂ ਬਾਅਦ ਖੇਤੀਬਾੜੀ ਕਾਨੂੰਨ ਦੀ ਵਾਪਸੀ ਨੂੰ ਕੇਂਦਰੀ ਕੈਬਨਿਟ ਦੇ ਵੱਲੋਂ ਮਨਜ਼ੂਰੀ ਮਿਲ ਗਈ ਹੈ। ਹੁਣ ਇਸ ਨੂੰ ਹਟਾਉਣ ਦੇ ਲਈ ਸੰਸਦ ਦੇ ਵਿੱਚ ਬਿੱਲ ਲਿਆਂਦਾ ਜਾਵੇਗਾ। ਉੱਥੇ ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣ ਦੇ ਫੈਸਲੇ ਤੋਂ ਬਾਅਦ ਵੀ ਕਿਸਾਨ ਆਪਣੇ ਅੰਦੋਲਨ ਤੇ ਡਟੇ ਹੋਏ ਨੇ। ਕਿਸਾਨਾਂ ਦੀ ਅਜੇ ਵੀ ਸਰਕਾਰ ਤੋਂ ਕੁਝ ਮੰਗਾਂ ਹਨ, ਜਿਨ੍ਹਾਂ ਨੂੰ ਲੈ ਕੇ ਅੰਦੋਲਨ ਖਤਮ ਕਰਨ ਦੇ ਮੂਡ ਦੇ ਵਿੱਚ ਨਜ਼ਰ ਨਹੀਂ ਆ ਰਹੀ। ਅਜਿਹੇ ਦੇ ਵਿੱਚ ਜਦੋਂ ਕਿਸਾਨ ਨੇਤਾ ਰਾਕੇਸ਼ ਟਿਕੈਤ ਤੋਂ ਪੁੱਛਿਆ ਗਿਆ ਕਿ ਆਖਰ ਅੰਦੋਲਨ ਕਦੋਂ ਖਤਮ ਹੋਵੇਗਾ ਤਾਂ ਉਹਨਾਂ ਨੇ ਸਰਕਾਰ ਦੇ ਸਾਹਮਣੇ ਕਈ ਮੰਗਾਂ ਰੱਖੀਆਂ। ਟਿਕੈਤ ਨੇ ਕਿਹਾ ਕਿ ਕਾਨੂੰਨ ਨੂੰ ਵਾਪਸ ਲੈਣ ਦਾ ਅਚਾਨਕ ਐਲਾਨ ਸਾਡੇ ਲਈ ਹੈਰਾਨ ਕਰਨ ਵਾਲਾ ਸੀ, ਪਰ ਅਸੀਂ ਇਸ ਦਾ ਸਵਾਗਤ ਕਰਦੇ ਹਾਂ। ਠੀਕ ਹੈ, ਅੰਦੋਲਨ ਖਤਮ ਹੋ
ਜਾਣਾ ਚਾਹੀਦਾ ਹੈ, ਪਰ 2-3 ਚੀਜ਼ਾਂ ਹਨ ਜੋ 700 ਤੋਂ ਜ਼ਿਆਦਾ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੇ, ਉਹਨਾਂ ਨੂੰ ਸਰਕਾਰੀ ਮੁਆਵਜ਼ੇ ਦਿੱਤੇ ਜਾਣ, ਉਹਨਾਂ ਦਾ ਸਮਾਰਕ ਬਣਾਉਣ ਦੇ ਲਈ ਜ਼ਮੀਨ ਉਪਲਬਧ ਕਰਵਾਈ ਜਾਵੇ। ਇੰਨਾ ਹੀ ਨਹੀਂ, ਕਿਸਾਨ ਤੇ ਦਰਜ ਕੀਤੇ ਗਏ ਕੇਸ ਨੂੰ ਵਾਪਸ ਲੈਣ ਦੀ ਮੰਗ ਰੱਖੀ ਗਈ। ਉੱਥੇ ਹੀ ਟਿਕੈਤ MSP ਨੂੰ ਲੈ ਕੇ ਕਿਹਾ ਹੈ ਕਿ MSP ਅੰਦੋਲਨ ਦਾ ਹਿੱਸਾ ਹੈ, ਪਰ ਸਰਕਾਰ ਇਸ ਤੇ ਕਾਨੂੰਨ ਨਹੀਂ ਚਾਹੁੰਦੀ ਹੈ। ਉੱਥੇ ਹੀ 29 ਨਵੰਬਰ ਨੂੰ ਸੰਭਾਵਿਤ ਟਰੈਕਟਰ ਰੈਲੀ ਨੂੰ ਲੈ ਕੇ ਟਿਕੈਤ ਨੇ ਕਿਹਾ ਕਿ ਕਿਸਾਨ ਮੋਰਚਾ ਇਸ ਤੇ 27 ਤਾਰੀਖ ਨੂੰ ਅੰਤਿਮ ਫੈਸਲਾ ਲਵੇਗਾ। ਟਿਕੈਤ ਨੇ ਕਿਹਾ ਕਿ ਇਸ ਸਾਲ ਤੋਂ ਸਾਡਾ ਅੰਦੋਲਨ ਚੱਲ ਰਿਹਾ ਹੈ ਅਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੰਜ ਹੀ ਘਰ ਚਲੇ ਜਾਈਏ। ਉਹਨਾਂ ਨੇ ਕਿਹਾ ਕਿ ਟਰੈਕਟਰ ਰੈਲੀ ਸਾਡੇ 1 ਸਾਲ ਦੇ ਸੰਘਰਸ਼ ਦਾ ਜਸ਼ਨ ਹੋਵੇਗਾ। ਅਸੀਂ 29 ਨੂੰ ਖੁਸ਼ੀ ਜ਼ਾਹਰ ਕਰਾਂਗੇ, ਕੋਈ ਦੰਗਾ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਕਿ 26 ਨਵੰਬਰ ਨੂੰ ਮੀਟਿੰਗ ਹੈ ਜਿਸ ਦੇ ਵਿੱਚ ਸ਼ਾਮਲ ਹੋਣਗੇ, ਦਿੱਲੀ ਜਾਣਗੇ। ਰਾਕੇਸ਼ ਟਿਕੈਤ ਨੇ ਦੋਸ਼ ਲਗਾਇਆ ਕਿ ਸਰਕਾਰ ਨੇ 3 ਖੇਤੀਬਾੜੀ ਕਾਨੂੰਨਾਂ ਨੂੰ ਖਤਮ ਕਰਨ ਦਾ ਜੋ ਫੈਸਲਾ ਲਿਆ ਹੈ ਉਹ ਵੀ ਇੱਕ ਪਾਸੜ ਹੈ, ਕਿਉਂਕਿ ਉਹ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੀ। ਉਧਰ ਭਾਰਤ ਦੀ ਕੇਂਦਰ ਸਰਕਾਰ ਬਿਜਲੀ ਖੇਤਰ ਦੇ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਨਵੇਂ ਬਿਜਲੀ ਬਿੱਲ ਦਾ ਡਰਾਫਟ ਫਾਈਨਲ ਕਰ ਲਿਆ ਗਿਆ। ਇਸ ਨੂੰ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦਾ ਸਿੱਧਾ ਅਸਰ ਦੇਸ਼ ਦੇ ਕਰੋੜਾਂ ਬਿਜਲੀ ਗ੍ਰਾਹਕਾਂ ਤੇ ਪਵੇਗਾ। ਇਸ ਦੇ ਵਿੱਚ ਪਹਿਲਾ ਵੱਡਾ ਬਦਲਾਅ ਇਹ ਹੈ ਕਿ ਸਰਕਾਰ ਹੁਣ ਬਿਜਲੀ ਕੰਪਨੀਆਂ ਨੂੰ ਸਬਸਿਡੀ ਨਹੀਂ ਦੇਵੇਗੀ, ਸਗੋਂ ਇਸ ਨੂੰ ਗ੍ਰਾਹਕਾਂ ਦੇ ਖਾਤਿਆਂ ਦੇ ਵਿੱਚ ਸਿੱਧਾ ਟ੍ਰਾਂਸਫਰ ਕਰੇਗੀ, ਜਿਵੇਂ ਕਿ ਰਸੋਈ ਗੈਸ ਦੀ ਸਬਸਿਡੀ ਦਿੱਤੀ ਜਾਂਦੀ ਹੈ। ਦੂਜੇ ਪਾਸੇ ਬਿਜਲੀ ਕੰਪਨੀਆਂ ਗ੍ਰਾਹਕਾਂ ਤੋਂ ਪੂਰਾ ਬਿੱਲ ਵਸੂਲਣਗੀਆਂ, ਯਾਨੀ ਕਿ ਗ੍ਰਾਹਕਾਂ ਨੂੰ ਪੂਰੀ ਕੀਮਤ ਤੇ ਹੀ ਬਿਜਲੀ ਮਿਲੇਗੀ। ਫਿਰ ਸਲੈਬ ਦੇ ਹਿਸਾਬ ਦੇ ਨਾਲ ਸਰਕਾਰ ਗ੍ਰਾਹਕਾਂ ਦੇ ਖਾਤੇ ਦੇ ਵਿੱਚ ਸਬਸਿਡੀ ਟ੍ਰਾਂਸਫਰ ਕਰੇਗੀ। ਇਸ ਦਾ ਸਭ ਤੋਂ ਵੱਡਾ ਅਸਰ ਇਹ ਹੋਵੇਗਾ ਕਿ ਮੁਫਤ ਬਿਜਲੀ ਦੇ ਦਿਨ ਖਤਮ ਹੋ ਜਾਣਗੇ, ਕਿਉਂਕਿ ਕੋਈ ਵੀ ਸਰਕਾਰ ਮੁਫਤ ਬਿਜਲੀ ਨਹੀਂ ਦੇ ਸਕੇਗੀ। ਹਾਲਾਂਕਿ ਇਸ ਤੇ ਗਾਹਕਾਂ ਨੂੰ ਸਬਸਿਡੀ ਦੇ ਸਕਦੀ ਹੈ। ਸਭ ਤੋਂ ਵੱਡਾ ਡਰ ਇਹ ਹੈ ਕਿ ਸਰਕਾਰ ਸਿਰਫ ਲੋੜਵੰਦਾਂ ਨੂੰ ਹੀ ਸਬਸਿਡੀ ਦਿੰਦੀ ਰਹਿੰਦੀ ਹੈ, ਜਿਵੇਂ ਕਿ LPG ਦੇ ਮਾਮਲੇ ਦੇ ਵਿੱਚ ਹੋ ਰਿਹਾ ਹੈ, ਜਦਕਿ ਮੌਜੂਦਾ ਸਮੇਂ ਦੇ ਵਿੱਚ ਸਾਰੇ ਦੇਸ਼ ਗਾਹਕਾਂ ਨੂੰ ਦੇਸ਼ ਭਰ ਦੇ ਵਿੱਚ ਸਲੈਬ ਦੇ ਮੁਤਾਬਕ ਸਬਸਿਡੀ ਦਾ ਲਾਭ ਮਿਲਦਾ ਹੈ। ਨਵੇਂ ਬਿਜਲੀ ਕਾਨੂੰਨ ਦੇ ਰਾਹੀਂ ਸਰਕਾਰ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਸਿਰਫ ਲੋੜਵੰਦਾਂ ਨੂੰ ਹੀ ਸਬਸਿਡੀ ਦਾ ਲਾਭ ਮਿਲੇ। ਨਵੇਂ ਕਾਨੂੰਨਾਂ ਦੇ ਨਾਲ ਬਿਜਲੀ ਕੰਪਨੀਆਂ ਨੂੰ ਗਾਹਕਾਂ ਤੋਂ ਲਾਗਤ ਦੇ ਆਧਾਰ ਤੇ ਬਿੱਲ ਵਸੂਲਣ ਦੀ ਆਜ਼ਾਦੀ ਹੋਵੇਗੀ। ਇਸ ਸਮੇਂ ਬਿਜਲੀ ਉਤਪਾਦਨ ਕੰਪਨੀਆਂ ਦੀ ਲਾਗਤ ਗਾਹਕਾਂ ਤੋਂ ਵਸੂਲੇ ਜਾਣ ਵਾਲੇ ਬਿੱਲ ਨਾਲੋਂ 0.47 ਰੁਪਏ ਪ੍ਰਤੀ ਯੂਨਿਟ ਵੱਧ ਰਿਹਾ ਹੈ। ਕੰਪਨੀਆਂ ਸਬਸਿਡੀਆਂ ਦੇ ਰਾਹੀਂ ਇਸ ਦੀ ਭਰਪਾਈ ਕਰਦੀਆਂ ਨੇ, ਯਾਨੀ ਕਿ ਮੌਜੂਦਾ ਸਥਿਤੀ ਦੇ ਮੁਤਾਬਕ ਨਵੇਂ ਬਿੱਲ ਤੋਂ ਬਾਅਦ ਬਿਜਲੀ 0.47 ਰੁਪਏ ਪ੍ਰਤੀ ਯੂਨਿਟ ਮਹਿੰਗੀ ਹੋ ਸਕਦੀ ਹੈ। ਹੁਣ ਤੱਕ ਇਹ ਪ੍ਰਣਾਲੀ ਹੈ ਕਿ ਰਾਜ ਸਰਕਾਰਾਂ ਡਿਸਟ੍ਰੀਬਿਊਟਰ ਪਾਵਰ ਕੰਪਨੀਆਂ ਨੂੰ ਐਡਵਾਂਸ ਸਬਸਿਡੀ ਦਿੰਦੀਆਂ ਨੇ। ਇਸ ਸਬਸਿਡੀ ਦੇ ਆਧਾਰ ਤੇ ਬਿਜਲੀ ਦੇ ਦਰਾਂ ਤੈਅ ਕੀਤੀਆਂ ਜਾਂਦੀਆਂ ਨੇ। ਨਵਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਇਸ ਦੀ ਸਾਰੀ ਕੀਮਤ ਗਾਹਕਾਂ ਤੋਂ ਵਸੂਲੀ ਜਾਵੇਗੀ, ਬਦਲੇ ਦੇ ਵਿੱਚ ਸਬਸਿਡੀ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। ਉਧਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ ਅਪਰਾਧਿਕ ਸਮੱਗਰੀ ਦੀ ਪਟੀਸ਼ਨ ਤੇ ਅੱਜ ਸੁਣਵਾਈ ਹੋਵੇਗੀ। ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਇਸ ਦੀ ਸੁਣਵਾਈ ਕਰਨਗੇ। ਇਹ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਨੇ ਦਾਇਰ ਕੀਤੀ ਹੈ। ਜੇਕਰ AG ਦੀ ਮਨਜ਼ੂਰੀ ਮਿਲਦੀ ਹੈ ਤਾਂ ਰਿਪੋਰਟ ਹਾਈ ਕੋਰਟ ਨੂੰ ਭੇਜੀ ਜਾਵੇਗੀ, ਜਿੱਥੇ ਡਰੱਗਸ ਮਾਮਲੇ ਦੇ ਵਿੱਚ ਟਵੀਟ ਕਰਨ ਤੇ ਸਿੱਧੂ ਦੇ ਖਿਲਾਫ ਵਿਵਾਦ ਪਟੀਸ਼ਨ ਦਾਇਰ ਕੀਤੇ ਜਾ ਸਕਦੇ ਨੇ। ਪਿਛਲੀ ਸੁਣਵਾਈ ਦੇ ਵਿੱਚ AG ਨੇ ਕੁਝ ਹੋਰ ਜਾਣਕਾਰੀ ਮੰਗਦਿਆਂ ਹੋਇਆਂ ਇਸ ਦੀ ਸੁਣਵਾਈ 25 ਨਵੰਬਰ ਨੂੰ ਤੈਅ ਕੀਤੀ ਸੀ। ਐਡਵੋਕੇਟ ਬਾਜਵਾ ਦੇ ਮੁਤਾਬਕ ਹਾਈ ਕੋਰਟ ਦੇ ਵਿੱਚ ਚੱਲ ਰਹੇ ਡਰੱਗਸ ਮਾਮਲੇ ਦੇ ਵਿੱਚ ਨਵਜੋਤ ਸਿੱਧੂ ਨੂੰ ਸੁਣਵਾਈ ਪ੍ਰਭਾਵਿਤ ਕਰ ਰਹੇ ਨੇ। ਹਰ ਸੁਣਵਾਈ ਤੋਂ ਪਹਿਲਾਂ ਉਹ ਟਵੀਟ ਕਰਦੇ ਨੇ ਕਿ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਅੱਜ ਜਨਤਕ ਕੀਤੀ ਜਾਵੇਗੀ। ਇਸ ਦੇ ਵਿੱਚ ਨਸ਼ਾ ਤਸਕਰਾਂ ਦੇ ਨਾਂ ਲਿਖੇ ਹੋਏ ਨੇ। ਇਹਨਾਂ ਟਵੀਟਸ ਦੇ ਰਾਹੀਂ ਸਿੱਧੂ ਹਾਈ ਕੋਰਟ ਨੂੰ ਨਿਰਦੇਸ਼ ਦਿੰਦੇ ਹੋਏ ਨਜ਼ਰ ਆ ਰਹੇ ਨੇ। ਉਧਰ ਕਾਂਗਰਸ ਨੂੰ ਮੇਘਾਲਿਆ ਦੇ ਵਿੱਚ ਵੱਡਾ ਝਟਕਾ ਲੱਗਾ। ਪਾਰਟੀ ਇੱਥੇ 18 ਵਿਧਾਇਕਾਂ ਦੇ ਨਾਲ ਮੁੱਖ ਵਿਰੋਧੀ ਦਲ ਸੀ, ਜਦੋਂ ਕਿ ਹੁਣ ਇਸ ਦੇ 12 MLA ਤ੍ਰਿਣਮੂਲ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਇਸ ਤਰ੍ਹਾਂ ਕਾਂਗਰਸ ਦਾ ਸੁਪੜਾ ਸਾਫ਼ ਕਰਦਿਆਂ ਹੋਇਆਂ ਹੁਣ TMC ਮੁੱਖ ਵਿਰੋਧੀ ਬਣ ਚੁੱਕੀ ਹੈ। ਇਹ ਕਿਆਸ ਲਗਾਏ ਜਾ ਰਹੇ ਨੇ ਕਿ ਵਿਨਸੈਂਟ ਐਚ ਪਾਲਾ ਨੂੰ ਮੇਘਾਲਿਆ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਹਨਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਮੁਕੁਲ ਐਮ ਸੰਗਮਾ ਦੇ ਵਿਚਕਾਰ ਸਭ ਕੁਝ ਠੀਕ ਨਹੀਂ ਸੀ। ਪਿਛਲੇ ਮਹੀਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਮੁਕੁਲ ਸੰਗਮਾ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਵਿਨਸੈਂਟ ਐਚ ਪਾਲਾ ਦੇ ਨਾਲ ਮੁਲਾਕਾਤ ਕੀਤੀ ਸੀ। ਪਾਲਾ ਦੀ ਨਿਯੁਕਤੀ ਤੋਂ ਬਾਅਦ ਸੰਗਮਾ ਨੇ ਕਿਹਾ ਸੀ ਕਿ ਪਾਰਟੀ ਲੀਡਰਸ਼ਿਪ ਨੇ ਇਸ ਸੰਬੰਧ ਦੇ ਵਿੱਚ ਉਹਨਾਂ ਦੇ ਨਾਲ ਸਲਾਹ ਨਹੀਂ ਕੀਤੀ। ਉਦੋਂ ਤੋਂ ਹੀ ਸੰਗਮਾ ਦੇ VGMC ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਲਗਾਈ ਜਾ ਰਹੀ ਸੀ। ਹੁਣ ਸੰਗਮਾ ਨੇ 12 ਵਿਧਾਇਕਾਂ ਸਣੇ ਪੱਖ ਬਦਲ ਕੇ ਕਾਂਗਰਸ ਨੂੰ ਕਰਾਰਾ ਝਟਕਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸੱਥ ਦੇ ਨਾਲ।